ਹੋਤੋ ਖਾਲਸੋ ਸੁਮੇ ਬਾਣੀ। ਹੋਤੋ ਖਾਲਸੋ ਸੁਮੇ ਬਾਣੀ। ਸਿੱਖਾਂ ਦੇ ਵਿਚਕਾਰ ਅਤੇ ਮੁਗਲ ਸਰਕਾਰ ਦੇ ਵਿਚਕਾਰ ਮੁਕਾਬਲਾ ਹੋਇਆ ਦਰਿਆ ਦੇ ਕਿਨਾਰੇ ਉੱਤੇ, ਜਿੱਥੇ ਸਿੱਖਾਂ ਦਾ ਇੱਕ ਜਥਾ ਦਰਿਆ ਦੇ ਕੰਢੇ ਤੇ ਝਾੜੀਆਂ ਵਿੱਚ ਰਹਿੰਦਾ ਸੀ। ਫੌਜ ਦੇ ਨਾਲ ਦੋ ਹੱਥ ਹੋਏ, ਦੋਵੇਂ ਬੰਨਿਓਂ ਭਾਰੀ ਨੁਕਸਾਨ ਹੋਇਆ। ਮੁਗਲਾਂ ਦਾ ਫੌਜਦਾਰ ਮਰਨ ਦੀ ਦੇਰ ਸੀ। ਫੌਜ ਕਿਨਾਰਾ ਕਰ ਗਈ, ਆਪਣੇ ਆਪ ਨੂੰ ਬਚਾਉਣ ਦੇ ਲਈ ਭੱਜ ਗਈ। ਸਿੱਖਾਂ ਨੇ ਜਿੱਤ ਪ੍ਰਾਪਤ ਕੀਤੀ ਅਤੇ ਭੱਜੀ ਜਾਂਦੀ ਫੌਜ ਦੇ ਕੋਲੋਂ ਬਹੁਤ ਸਾਰਾ ਸਮਾਨ ਲੁੱਟ ਲਿਆ, ਬਹੁਤ ਸਾਰਾ ਸਮਾਨ ਪ੍ਰਾਪਤ ਕਰ ਲਿਆ। ਬੈਠੇ ਬਿਠਾਇਆ ਸਿੱਖਾਂ ਦੇ ਕੋਲ ਰਾਸ਼ਨ ਵੀ ਆ ਗਿਆ, ਅਸਲਾ ਬਰੂਦ ਵੀ ਆ ਗਿਆ, ਚੰਗੇ ਘੋੜੇ ਵੀ ਆ ਗਏ ਅਤੇ ਪੈਸੇ ਵੀ ਆ ਗਏ। ਸਿੱਖਾਂ ਨੇ ਸੋਚਿਆ ਨਹੀਂ ਸੀ ਕਿ ਅਸੀਂ ਏਦਾਂ ਜੰਗਲ ਦੇ ਵਿੱਚ ਭੁੱਖੇ ਮਰਾਂਗੇ ਤੇ ਏਦਾਂ ਸਾਡੇ ਨਾਲ ਲੜਾਈ ਹੋ ਜਾਵੇਗੀ। ਸਿੱਖਾਂ ਨੂੰ ਇਸ ਬਾਰੇ ਕੋਈ ਵੀ ਗਿਆਨ ਨਹੀਂ, ਕੁਝ ਵੀ ਪਤਾ ਨਹੀਂ ਸੀ। ਪਰ ਜਦੋਂ ਹਮਲਾ ਹੋਇਆ, ਸਿੱਖਾਂ ਨੇ ਆਪਣੇ ਆਪ ਨੂੰ ਸੰਭਾਲਦਿਆਂ ਹੋਇਆ ਫੌਜ ਦੇ ਨਾਲ ਦੋ ਹੱਥ ਕਰਕੇ ਫੌਜ ਨੂੰ ਹਰਾ ਕੇ ਇਹ ਸਾਰਾ ਕੁਝ ਪ੍ਰਾਪਤ ਕੀਤਾ। ਜਦੋਂ ਸਵੇਰ ਹੋਈ ਤਾਂ ਜਿੰਨੇ ਸਿੱਖ ਸ਼ਹੀਦ ਹੋਏ ਹਨ, ਉਹਦੇ ਨਾਲ ਦੋ ਗੁਣੇ ਸਿੱਖ ਹੋਰ ਸਿੱਖਾਂ ਦੇ ਜਥੇ ਵਿੱਚ ਆ ਗਏ ਤੇ ਸਿੱਖਾਂ ਦੀ ਗਿਣਤੀ ਵਿੱਚ ਇਸ ਤਰੀਕੇ ਦੇ ਨਾਲ ਵਾਧਾ ਹੁੰਦਾ ਹੀ ਜਾਂਦਾ, ਕਦੀ ਘਾਟਾ ਹੁੰਦਾ ਹੀ ਨਹੀਂ। ਜਿੰਨੇ ਸਿੱਖ ਸ਼ਹੀਦ ਹੁੰਦੇ ਹਨ, ਦੁਗਣੇ ਚੌਗਣੇ ਹੋਰ ਸਿੱਖ ਛੱਡਦੇ ਹਨ, ਅੰਮ੍ਰਿਤ ਛਕ ਕੇ ਖਾਲਸਾ ਬਣ ਕੇ ਫੌਜ ਵਿੱਚ ਭਰਤੀ ਹੁੰਦੇ ਹਨ। ਭਾਈ ਰਤਨ ਸਿੰਘ ਜੀ ਕਹਿੰਦੇ, ਹੋਤੋ ਖਾਲਸੋ ਸੁਮੇ ਬਾਣੀ। ਸੁਮੇ ਬਾਣੀ ਇੱਕ ਨਦੀ ਦਾ ਨਾਮ ਹੈ, ਜਿਸ ਦੇ ਸੋਮੇ ਫੁੱਟਦੇ ਹੋਣ, ਕਦੀ ਸੁੱਕਦੀ ਨਹੀਂ ਹੈ। ਭਾਵ ਕਿ ਪਹਾੜਾਂ ਦੇ ਵਿੱਚੋਂ ਪਾਣੀ ਆਉਂਦਾ ਹੀ ਰਹਿੰਦਾ ਹੈ, ਕਦੀ ਵੀ ਉਸ ਨਦੀ ਦੇ ਵਿੱਚੋਂ ਪਾਣੀ ਨਹੀਂ ਸੁੱਕਦਾ। ਤੇ ਭਾਈ ਰਤਨ ਸਿੰਘ ਜੀ ਕਹਿੰਦੇ ਹਨ, ਜਿਵੇਂ ਸੁਮੇ ਬਾਣੀ ਨਦੀ ਦਾ ਪਾਣੀ ਕਦੀ ਨਹੀਂ ਸੁੱਕਦਾ, ਹਰ ਵਕਤ ਹੀ ਵਹਿੰਦਾ ਰਹਿੰਦਾ ਹੈ, ਚੱਲਦਾ ਰਹਿੰਦਾ ਹੈ। ਇਸੇ ਤਰੀਕੇ ਦੇ ਨਾਲ ਸਿੱਖਾਂ ਦੀ ਫੌਜ ਦੀ ਗਿਣਤੀ ਹੈ। ਜਿੰਨੇ ਸ਼ਹੀਦ ਹੁੰਦੇ ਹਨ, ਉਹਨੇ ਹੋਰ ਦੁਗਣੇ ਭਰਤੀ ਹੋ ਜਾਂਦੇ ਹਨ। ਜਿਵੇਂ ਸੁਮੇ ਬਾਣੀ ਪਾਣੀ ਦਾ ਨਦੀ ਦਾ ਪਾਣੀ ਖਤਮ ਨਹੀਂ ਹੁੰਦਾ, ਉਦਾਂ ਸਿੱਖਾਂ ਦੀ ਗਿਣਤੀ ਵਿੱਚ ਵੀ ਘਾਟਾ ਨਹੀਂ ਪੈਂਦਾ। ਭਈ ਖਾਲਸੇ ਅਖੇ ਕਹਾਣੀ। ਭਈ ਖਾਲਸੇ ਅਖੇ ਕਹਾਣੀ। ਭਾਈ ਰਤਨ ਸਿੰਘ ਜੀ ਕਹਿੰਦੇ ਹਨ, ਇਹ ਹੈ ਖਾਲਸੇ ਦੀ ਕਹਾਣੀ ਜੋ ਮੈਂ ਤੁਹਾਨੂੰ ਦੱਸੀ ਹੈ, ਜੋ ਨਾ ਮੁੱਕਣ ਵਾਲੀ ਹੈ। ਕਿਉਂਕਿ ਸਿੱਖ ਗਿਣਤੀ ਵਿੱਚ ਮੁੱਕਦੇ ਨਹੀਂ, ਗਿਣਤੀ ਵਿੱਚ ਘਾਟਾ ਨਹੀਂ ਪੈਂਦਾ, ਸਗੋਂ ਜਿੰਨੇ ਸ਼ਹੀਦ ਹੁੰਦੇ ਹਨ, ਉਹਨੇ ਹੋਰ ਆ ਕੇ ਫੌਜ ਵਿੱਚ ਭਰਤੀ ਹੋ ਜਾਂਦੇ ਹਨ। ਇੱਕ ਮਰੇ ਤੋਂ 10 ਔਰ ਆਵੇ। ਇੱਕ ਮਰੇ ਤੋਂ 10 ਔਰ ਆਵੇ। ਇੱਕ ਸ਼ਹੀਦ ਹੁੰਦਾ ਹੈ ਤਾਂ 10 ਸਿੰਘ ਹੋਰ ਉੱਥੇ ਜਥੇ ਵਿੱਚ ਆ ਜਾਂਦੇ ਹਨ। ਰਹੇ ਦੁਖੀ ਤੋਂ ਸੁਖੀ ਬਤਾਵੇ। ਰਹੇ ਦੁਖੀ ਤੋਂ ਸੁਖੀ ਬਤਾਵੇ। ਇਹ ਸਿੱਖਾਂ ਦਾ ਸੁਭਾਅ ਹੈ, ਇਹ ਸਿੱਖਾਂ ਦੀ ਬਿਰਤੀ ਹੈ ਅਤੇ ਇਹ ਸਿੱਖਾਂ ਨੂੰ ਜੋ ਗੁਣ ਸਤਿਗੁਰੂ ਜੀ ਨੇ ਦਿੱਤਾ ਹੋਇਆ ਹੈ, ਜੋ ਕਿ ਹਰੇਕ ਮਨੁੱਖ ਨੂੰ ਅਪਣਾਉਣਾ ਚਾਹੀਦਾ ਹੈ। ਕਿਉਂਕਿ ਦੁੱਖ ਅਤੇ ਸੁੱਖ ਸਾਡੀ ਜ਼ਿੰਦਗੀ ਦਾ ਇੱਕ ਅਹਿਮ ਹਿੱਸਾ ਹੈ। ਦੁੱਖ ਤੇ ਸੁੱਖ ਦੇ ਨਾਲ ਹੀ ਸਾਡੀ ਜ਼ਿੰਦਗੀ ਚੱਲਦੀ ਹੈ। ਅਸੀਂ ਦੁੱਖ ਵੇਖਦੇ ਹਾਂ, ਦੁੱਖ ਆਉਂਦਾ ਹੈ, ਅਸੀਂ ਘਬਰਾ ਜਾਂਦੇ ਹਾਂ। ਸੁੱਖ ਆਉਂਦਾ ਹੈ ਤਾਂ ਰੱਬ ਨੂੰ ਭੁੱਲ ਜਾਂਦੇ ਹਾਂ। ਪਰ ਸਿੱਖ ਏਦਾਂ ਦਾ ਨਹੀਂ, ਸਿੱਖ ਦੁੱਖ ਵਿੱਚ ਵੀ ਪ੍ਰਮਾਤਮਾ ਨੂੰ ਚੇਤੇ ਕਰਦਾ ਹੈ ਤੇ ਸੁੱਖ ਦੇ ਵਿੱਚ ਵੀ ਪ੍ਰਮਾਤਮਾ ਦਾ ਸ਼ੁਕਰ ਕਰਦਾ ਹੈ। ਕਿਉਂਕਿ ਸਤਿਗੁਰੂ ਜੀ ਨੇ ਮਨੁੱਖ ਨੂੰ ਉਪਦੇਸ਼ ਹੀ ਇਹ ਦਿੱਤਾ ਹੈ ਕਿ ਮਨੁੱਖ ਦੁੱਖ ਆ ਜਾਵੇ ਤੇ ਕਦੇ ਘਬਰਾਵੇ ਨਾ। ਦੁੱਖ ਦਾ ਸਾਹਮਣਾ ਕਰਦਿਆਂ ਹੋਇਆ, ਦੁੱਖ ਨੂੰ ਚੀਰਦਿਆਂ ਹੋਇਆ, ਦੁੱਖ ਦੇ ਨਾਲ ਲੜਦਿਆਂ ਹੋਇਆ, ਜੋ ਦੁੱਖ ਦੇ ਮਗਰ ਸੁੱਖ ਪਿਆ ਹੈ,
ਉਹਦੇ ਤੱਕ ਤੂੰ ਪਹੁੰਚਣਾ, ਇਹ ਤੇਰੀ ਮੰਜ਼ਿਲ ਹੈ। ਤੇ ਜੇ ਸੁੱਖ ਹੈ ਤੇ ਸਤਿਗੁਰ ਜੀ ਨਾਲ ਹੀ ਬਾਣੀ ਵਿੱਚ ਇਹ ਹਦਾਇਤ ਕਰਦੇ ਹਨ ਕਿ ਜੇ ਅੱਜ ਤੇਰੇ ਕੋਲ ਸੁੱਖ ਹੈ ਤੇ ਪ੍ਰਮਾਤਮਾ ਨੂੰ ਭੁੱਲ ਨਾ ਜਾਏ, ਕਿਉਂਕਿ ਪ੍ਰਮਾਤਮਾ ਜਦੋਂ ਮਨੁੱਖ ਦੀ ਜ਼ਿੰਦਗੀ ਦੀ ਖੇਡ ਬਦਲਦਾ ਹੈ ਤਾਂ ਪਤਾ ਨਹੀਂ ਚੱਲਦਾ ਮਨੁੱਖ ਦੀ ਜ਼ਿੰਦਗੀ ਵਿੱਚ ਸੁੱਖ ਦੀ ਜਗ੍ਹਾ ਦੁੱਖ ਕਦੋਂ ਆ ਜਾਂਦੇ ਹਨ। ਇਹ ਕਿਉਂਕਿ ਖੇਡ ਹੀ ਇਦਾਂ ਦੀ ਪ੍ਰਮਾਤਮਾ ਨੇ ਰਚੀ ਹੋਈ ਹੈ। ਦੁੱਖ ਤੇ ਸੁੱਖ ਇਹ ਮਨੁੱਖ ਦੀ ਜ਼ਿੰਦਗੀ ਦਾ ਅਹਿਮ ਹਿੱਸਾ ਹੈ। ਇਸੇ ਕਰਕੇ ਸਤਿਗੁਰੂ ਜੀ ਬਾਣੀ ਵਿੱਚ ਕਹਿੰਦੇ ਹਨ ਕਿ ਦੁੱਖ ਕੋ ਸੁੱਖ ਕੋ ਮੰਗੈ ਸਭ ਕੋ, ਦੁੱਖ ਨਾ ਮੰਗੈ ਕੋਏ, ਸੁਖੈ ਕੋ ਦੁੱਖ ਅਗਲਾ, ਮਨਮੁਖ ਬੋਝ ਨਾ ਹੋਏ। ਮਨਮੁਖ ਮਨੁੱਖ ਨੂੰ ਇਹ ਨਹੀਂ ਪਤਾ ਕਿ ਸੁੱਖ ਤੋਂ ਅੱਗੇ ਦੁੱਖ ਪਿਆ ਹੋਇਆ ਹੈ ਤੇ ਦੁੱਖ ਤੋਂ ਅੱਗੇ ਸੁੱਖ ਪਿਆ ਹੋਇਆ ਹੈ। ਪਰ ਸਾਰੀ ਉਮਰ ਮਨੁੱਖ ਯਤਨ ਬਹੁਤ ਮੈਂ ਸੁੱਖ ਕੇ ਕੀਏ, ਸਾਰੀ ਉਮਰ ਮਨੁੱਖ ਸੁੱਖ ਦੇ ਹੀ ਯਤਨ ਕਰਦਾ ਹੈ। ਕੋਈ ਮਨੁੱਖ ਅਜਿਹਾ ਨਹੀਂ, ਭਾਵੇਂ ਬਾਲਕ ਹੈ, ਭਾਵੇਂ ਜਵਾਨੀ ਵਾਲਾ ਹੈ ਤੇ ਭਾਵੇਂ ਬੁਢੇਪੇ ਵਾਲਾ ਹੈ, ਸਾਰੇ ਮਨੁੱਖ ਇੱਕੋ ਉਪਰਾਲਾ ਕਰਦੇ ਹਨ, ਸੁੱਖ ਦਾ ਹੀ ਕਰਦੇ ਹਨ। ਪਰ ਸਤਿਗੁਰੂ ਜੀ ਕਹਿੰਦੇ ਕਦੀ ਕਿਸੇ ਨੇ ਦੁੱਖ ਦਾ ਉਪਰਾਲਾ ਨਹੀਂ ਕੀਤਾ, ਨਾ ਹੀ ਦੁੱਖ ਵਾਸਤੇ ਕਿਸੇ ਨੇ ਅੱਜ ਤੱਕ ਅਰਦਾਸ ਕੀਤੀ ਹੈ। ਪਰ ਫਿਰ ਵੀ ਸਾਡੀ ਜ਼ਿੰਦਗੀ ਵਿੱਚ ਸੁੱਖ ਤੇ ਆਉਂਦਾ ਬਹੁਤ ਘੱਟ ਹੈ, ਪਰ ਦੁੱਖ ਜਿਹੜਾ ਉਹ ਆ ਹੀ ਜਾਂਦਾ ਹੈ ਘੁੰਮ ਘੰਮ ਕੇ। ਕਿਉਂ? ਕਿਉਂਕਿ ਦੁੱਖ ਤੇ ਸੁੱਖ ਸਾਡੀ ਜ਼ਿੰਦਗੀ ਦੇ ਨਾਲ ਚੱਲਣ ਵਾਲੇ ਦੋ ਪਹਿਲੂ ਹਨ, ਸਾਡੀ ਜ਼ਿੰਦਗੀ ਦਾ ਹਿੱਸਾ ਹੈ। ਤੇ ਦੋਵਾਂ ਅਵਸਥਾ ਦੇ ਵਿੱਚ ਮਨੁੱਖ ਨੂੰ ਚੜ੍ਹਦੀ ਕਲਾ ਵਿੱਚ ਰਹਿਣਾ ਚਾਹੀਦਾ ਹੈ। ਇਹੋ ਸਤਿਗੁਰੂ ਜੀ ਸਾਨੂੰ ਬਾਣੀ ਵਿੱਚ ਉਪਦੇਸ਼ ਦਿੰਦੇ ਹਨ। ਸਿੱਖ ਜੰਗਲਾਂ ਬੇਲਿਆਂ ਦੇ ਵਿੱਚ ਰਹਿੰਦੇ ਹਨ, ਰੋਜ਼ ਲੜਾਈਆਂ ਹੁੰਦੀਆਂ ਹਨ, ਰੋਜ਼ ਫੌਜ ਦੇ ਨਾਲ ਝੜਪਾਂ ਹੁੰਦੀਆਂ ਹਨ। ਪਰ ਭਾਈ ਰਤਨ ਸਿੰਘ ਜੀ ਕਹਿੰਦੇ ਹਨ ਕਦੀ ਉਹਨਾਂ ਸਿੱਖਾਂ ਨੇ ਪ੍ਰਮਾਤਮਾ ਨੂੰ ਗਿਲਵਾ ਨਹੀਂ ਕੀਤਾ, ਪ੍ਰਮਾਤਮਾ ਨੂੰ ਤਾਨਾ ਨਹੀਂ ਮਾਰਿਆ ਕਿ ਪ੍ਰਮਾਤਮਾ ਸਾਨੂੰ ਹੀ ਦੁੱਖ ਦੇ ਰਿਹਾ ਵਾ, ਉਹਨਾਂ ਫੌਜ ਵਾਲਿਆਂ ਨੂੰ ਕੋਈ ਸੁੱਖ ਨਹੀਂ ਦਿੰਦਾ, ਦੁੱਖ ਨਹੀਂ ਦਿੰਦਾ। ਕਦੀ ਵੀ ਸਿੱਖ ਨੇ ਏਦਾਂ ਨਹੀਂ ਕਿਹਾ। ਇਤਿਹਾਸ ਸਾਡਾ ਇਸ ਗੱਲ ਦੀ ਗਵਾਹੀ ਭਰਦਾ ਹੈ। ਸਗੋਂ ਸਿੱਖ ਕਹਿੰਦਾ ਹੈ, ਸਤਿਗੁਰੂ ਜੀ ਕਹਿੰਦੇ ਹਨ ਅੱਗੇ ਸਿੱਖ ਕਹਿੰਦਾ ਹੈ ਲਗੈ ਦੁਖੀ ਤੋਂ ਸੁਖੀ ਬਤਾਵੇ। ਦੁੱਖ ਆਉਂਦਾ ਹੈ ਤੇ ਕਹਿੰਦੇ ਸਾਡੇ ਕੋਲ ਤੇ ਸੁੱਖ ਹੈ, ਉਹਨਾਂ ਨੂੰ ਪਤਾ ਹੈ ਕਿ ਦੁੱਖ ਦੇ ਪਿੱਛੇ ਹੀ ਸੁੱਖ ਛੁਪਿਆ ਹੋਇਆ ਹੈ। ਕਿਉਂਕਿ ਸਤਿਗੁਰੂ ਜੀ ਦੀ ਬਾਣੀ ਦਾ ਆਪਾਂ ਰੋਜ਼ ਇੱਕ ਬਚਨ ਪੜ੍ਹਦੇ ਹਾਂ, ਦੁੱਖ ਦਾਰੂ ਸੁਖ ਰੋਗ ਭਇਆ। ਕਿਉਂਕਿ ਦੁੱਖ ਜਿਹੜਾ ਉਹ ਦਾਰੂ ਬਣਦਾ ਹੈ ਤੇ ਦਾਰੂ ਬਣ ਤੋਂ ਬਾਅਦ ਸੁੱਖ ਪ੍ਰਾਪਤ ਹੁੰਦਾ ਹੈ। ਕਿਉਂਕਿ ਦਾਰੂ ਕਿਹੜਾ ਬਣਦਾ ਹੈ? ਪਰਮਾਤਮਾ ਦੀ ਯਾਦ ਦਾ, ਪਰਮਾਤਮਾ ਦੇ ਨਾਮ ਦਾ। ਕਿਉਂਕਿ ਦੁੱਖ ਵਿੱਚ ਸਾਨੂੰ ਪਰਮਾਤਮਾ ਚੇਤੇ ਆਉਂਦਾ ਹੈ, ਸੁੱਖ ਵਿੱਚ ਪਰਮਾਤਮਾ ਸਾਨੂੰ ਭੁੱਲ ਜਾਂਦਾ ਹੈ। ਇਸ ਕਰਕੇ ਸਤਿਗੁਰੂ ਕਹਿੰਦੇ ਦੁੱਖ ਦਾਰੂ, ਦੁੱਖ ਵਿੱਚ ਦਾਰੂ ਬਣਦਾ ਹੈ ਪਰਮਾਤਮਾ ਦੀ ਯਾਦ, ਪਰਮਾਤਮਾ ਦਾ ਨਾਮ, ਤੇ ਸੁੱਖ ਵਿੱਚ ਸਾਨੂੰ ਪਰਮਾਤਮਾ ਵਿਸਰ ਜਾਂਦਾ ਹੈ। ਸਤਿਗੁਰੂ ਜੀ ਕਹਿੰਦੇ ਹਨ ਸਿੱਖਾਂ ਦੇ ਕੋਲ ਦੁੱਖ ਆਵੇ ਤੇ ਆਪਣੇ ਆਪ ਨੂੰ ਸੁਖੀ ਬਤਾਉਂਦੇ ਹਨ, ਆਪਣੇ ਆਪ ਨੂੰ ਕਹਿੰਦੇ ਨਹੀਂ ਸਾਡੇ ਕੋਲ ਤੇ ਬਹੁਤ ਵੱਡਾ ਸੁੱਖ, ਇਹ ਚੜ੍ਹਦੀ ਕਲਾ ਦੀ ਨਿਸ਼ਾਨੀ ਹੈ। ਕਿਉਂਕਿ ਅਸੀਂ ਆਮ ਕਰਕੇ ਜਦੋਂ ਕਿਸੇ ਨੂੰ ਮਿਲਦੇ ਹਾਂ ਤੇ ਜੇ ਕੋਈ ਪੁੱਛ ਲਵੇ ਕੀ ਹਾਲ ਹੈ ਤਾਂ ਆਪਾਂ ਅੱਗੇ ਉਹ ਬਚਨ ਕਹਿੰਦੇ ਚੜ੍ਹਦੀ ਕਲਾ ਹੈ। ਹਾਲਾਂਕਿ ਅੰਦਰੋਂ ਅਸੀਂ ਪਤਾ ਨਹੀਂ ਕਿੰਨੇ ਦੁਖੀ ਹਾਂ, ਅੰਦਰੋਂ ਸਾਡੇ ਚਿੰਤਾ ਹਨ, ਟੈਨਸ਼ਨਾਂ ਪਈਆਂ ਹੋਈਆਂ ਹਨ, ਪਰ ਬਾਹਰੀ ਤੌਰ ਤੇ ਅਸੀਂ ਕਹਿ ਰਹੇ ਹਾਂ ਕਿ ਚੜ੍ਹਦੀ ਕਲਾ ਹੈ। ਤੇ ਇਹਨੂੰ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਆਨੰਦ ਆਨੰਦ ਸਭ ਕੋ ਕਹੈ। ਸਾਰੇ ਕਹਿੰਦੇ ਆਨੰਦ ਹੈ, ਸਾਰੇ ਕਹਿੰਦੇ ਸੁੱਖ ਹੈ, ਚੜ੍ਹਦੀ ਕਲਾ ਹੈ, ਪਰ ਅੰਦਰ ਚੜ੍ਹਦੀ ਕਲਾ ਕਿਸੇ ਦੇ ਕੋਲ ਨਹੀਂ। ਕਿਉਂਕਿ ਜਿਹਦੇ ਕੋਲ ਚੜ੍ਹਦੀ ਕਲਾ ਹੈ ਉਹਨੂੰ ਬਿਆਨ ਕਰਨ ਦੀ ਲੋੜ ਨਹੀਂ ਪੈਂਦੀ, ਉਹਦੇ ਚਿਹਰੇ ਦੇ ਵਿੱਚੋਂ ਦਿਖਦੀ ਹੈ ਕਿ ਇਹਦੇ ਕੋਲ ਚੜ੍ਹਦੀ ਕਲਾ ਹੈ। ਗੁਰੂ ਅਮਰਦਾਸ ਕਹਿੰਦੇ ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ। ਕਿਉਂਕਿ ਜਿਹੜਾ ਅਸਲੀ ਆਨੰਦ ਹੈ, ਅੰਦਰ ਦੀ ਚੜ੍ਹਦੀ ਕਲਾ, ਅੰਦਰ ਦਾ ਸੁੱਖ ਉਹ ਕੇਵਲ ਗੁਰੂ ਤੋਂ ਹੀ ਜਾਣਿਆ ਜਾ ਸਕਦਾ ਹੈ। ਤੇ ਬਾਹਰੀ ਤੌਰ ਤੇ ਸਾਰੇ ਕਹੀ ਜਾਂਦੇ ਹਨ ਆਨੰਦ ਆਨੰਦ, ਸਾਰੇ ਕਹਿੰਦੇ ਚੜ੍ਹਦੀ ਕਲਾ ਚੜ੍ਹਦੀ ਕਲਾ, ਪਰ ਸਾਡੇ ਵੱਡੇ ਵਡੇਰਿਆਂ ਦੇ ਜੀਵਨ ਇਦਾਂ ਦੇ ਨਹੀਂ। ਉਹ ਦੁੱਖ ਵਿੱਚ ਵੀ ਕਹਿੰਦੇ ਆ ਸਾਨੂੰ ਚੜ੍ਹਦੀ ਕਲਾ ਦੁੱਖ ਨਹੀਂ, ਸਭ ਸੁਖ ਹੀ ਹੈ ਰੇ, ਏਕ ਹੈ ਏਕੀ ਨਿਤ ਹੈ, ਬੁਰਾ ਨਹੀਂ ਸਭ ਭਲਾ ਹੀ ਹੈ ਰੇ, ਹਾਰ ਨਹੀਂ ਸਭ ਜਿੱਤ ਹੈ। ਇਹ ਜਿਹੜੀ ਉਹ ਅਵਸਥਾ ਹੈ ਜਿਹੜੀ ਅੰਦਰ ਦੀ ਚੜ੍ਹਦੀ ਕਲਾ ਨੂੰ ਦਰਸਾਉਂਦੀ ਹੈ। ਸਿੱਖਾਂ ਦੇ ਕੋਲ ਦੁੱਖ ਆਉਂਦਾ ਹੈ
ਤੇ ਕਹਿੰਦੇ ਦੁੱਖ ਨਹੀਂ ਆ, ਇਹ ਤੇ ਚੜ੍ਹਦੀ ਕਲਾ, ਇਹ ਤੇ ਸੁੱਖ ਹੈ। ਸੋ ਗੱਠੇ ਕੋ ਰੂਪਾ ਭਾਖੈ ਸੋ ਗੱਠੇ ਕੋ ਰੂਪਾ ਭਾਖੈ। ਭਾਈ ਰਤਨ ਸਿੰਘ ਜੀ ਕੁਝ ਖਾਲਸੇ ਦੇ ਬੋਲਾਂ ਨੂੰ ਬਿਆਨ ਕਰਦੇ ਹਨ ਕਿ ਖਾਲਸੇ ਦੇ ਬੋਲੇ ਆ ਜਿਹੜੇ ਹਨ, ਖਾਲਸੇ ਨੂੰ ਮੰਨ ਲਵੋ ਜੇ ਗੱਠੇ ਗੱਠੇ ਤੋਂ ਪਾਵੇ ਤੇ ਗੰਢਾ, ਜੇ ਕਿਤੇ ਖਾਲਸੇ ਨੂੰ ਗੰਢਾ ਮਿਲ ਜਾਵੇ, ਕਿਉਂਕਿ ਸਿੱਖ ਉਹਨਾਂ ਹਾਲਾਤਾਂ ਦੇ ਵਿੱਚ ਜੀਵਨ ਬਤੀਤ ਕਰ ਰਹੇ ਹਨ ਜਿਹਦਾ ਭਰੋਸਾ ਕੋਈ ਨਹੀਂ ਕਿ ਅੱਜ ਸਵੇਰੇ ਪ੍ਰਸ਼ਾਦਾ ਮਿਲਿਆ ਹੈ ਤੇ ਕਿੰਨੇ ਦਿਨਾਂ ਪਿਛੋਂ ਮਿਲਣਾ ਹੈ, ਜਾਂ ਅੱਜ ਪ੍ਰਸ਼ਾਦਾ ਰੱਜ ਕੇ ਛਕਿਆ ਹੈ ਤੇ ਕਿੰਨੇ ਚਿਰਾਂ ਪਿਛੋਂ ਪ੍ਰਸ਼ਾਦਾ ਮਿਲਣਾ। ਉਸ ਸਮੇਂ ਦੇ ਵਿੱਚ ਸਿੱਖ ਆਪਣਾ ਜੀਵਨ ਬਤੀਤ ਕਰ ਰਹੇ ਹਨ ਤੇ ਜਦੋਂ ਕੁਝ ਮਿਲ ਜਾਂਦਾ ਹੈ, ਭਾਈ ਰਤਨ ਸਿੰਘ ਜੀ ਕਹਿੰਦੇ ਜੇ ਮੰਨ ਲਓ ਗੰਢਾ ਮਿਲ ਜਾਵੇ ਤਾਂ ਰੂਪਾ ਭੱਖ ਹੈ। ਉਹ ਕਹਿੰਦੇ ਇਹ ਗੰਢਾ ਨਹੀਂ ਹੈ, ਇਹ ਦੇ ਅਸਲ ਵਿੱਚ ਚਾਂਦੀ ਹੈ ਜਿਹੜੀ ਸਾਨੂੰ ਮਿਲ ਗਈ ਹੈ। ਠੂਠਨ ਕੋ ਸੁਨਹਿਰੋ ਆਖੈ ਠੂਠਨ ਕੋ ਸੁਨਹਿਰੋ ਆਖੈ। ਇਹ ਤੇ ਠੂਠਨ ਤੋਂ ਭਾਵ ਹੈ ਜਿਹੜੀ ਘੁਮਿਆਰਾਂ ਦੇ ਵੱਲੋਂ ਘੜਿਆ ਹੋਇਆ ਕੁੰਡਾ, ਜਿਹਨੂੰ ਆਪਾਂ ਘਰਾਂ ਦੇ ਵਿੱਚ ਵਰਤਦੇ ਹਾਂ ਜਾਂ ਰਗੜਾ ਲਾਉਣ ਵਾਲੇ ਆਪਾਂ ਵਰਤਦੇ ਆ, ਉਹਨੂੰ ਕੁੰਡਾ ਕਹਿੰਦੇ ਹਾਂ। ਤੇ ਜਦੋਂ ਕਿਤੇ ਸਿੱਖਾਂ ਨੂੰ ਕੋਈ ਕੁੰਡਾ ਮਿਲ ਜਾਵੇ ਜਾਂ ਕੁੰਡੇ ਦੇ ਵਿੱਚ ਕੋਈ ਪਦਾਰਥ ਪਾ ਕੇ ਬਣਾਉਂਦੇ ਹਨ, ਤਿਆਰ ਕਰਦੇ ਹਨ, ਤਾਂ ਉਹ ਕਹਿੰਦੇ ਇਹ ਕੁੰਡਾ ਨਹੀਂ, ਇਹ ਦੇ ਅਸਲ ਵਿੱਚ ਸੁਨਹਿਰੋ ਹੈ, ਭਾਵ ਕਿ ਇਹ ਤੇ ਸੋਨਾ ਹੈ। ਭੁੱਖੋ ਰਹੇ ਮਸਤ ਲੰਗਰ ਕਹੈ ਭੁੱਖੋ ਰਹੇ ਮਸਤ ਲੰਗਰ ਕਹੈ। ਜੇ ਭੁੱਖ ਹੈ, ਪ੍ਰਸ਼ਾਦੇ ਪਾਣੀ ਦਾ ਕੋਈ ਪ੍ਰਬੰਧ ਨਹੀਂ, ਕੋਈ ਵੀ ਖਾਣ ਦਾ ਪ੍ਰਬੰਧ ਨਹੀਂ ਹੈ, ਤੇ ਇਹ ਨਹੀਂ ਕਹਿੰਦੇ ਪ੍ਰਮਾਤਮਾ ਨੂੰ ਕਿ ਪ੍ਰਮਾਤਮਾ ਸਾਨੂੰ ਤੋਂ ਭੁੱਖੇ ਰੱਖ ਰਿਹਾ ਵਾ। ਉਹ ਸਗੋਂ ਕਹਿੰਦੇ ਹਨ ਭੁੱਖੇ ਰਹੈ ਮਸਤ ਲੰਗਰ ਰਗ ਕਹੈ। ਕਹਿੰਦੇ ਅੱਜ ਪ੍ਰਸ਼ਾਦਾ ਪਾਣੀ ਨਹੀਂ ਹੈਗਾ ਤੇ ਇਹਦਾ ਮਤਲਬ ਇਹ ਨਹੀਂ ਕਿ ਮੁੱਕ ਗਿਆ ਹੈ, ਇਹਦਾ ਮਤਲਬ ਹੈ ਕਿ ਮਸਤ ਹੋ ਗਿਆ ਹੈ, ਲੰਗਰ ਜਿਹੜਾ ਉਹ ਵਾਧੇ ਪੈ ਗਿਆ ਹੈ। ਖਾਤਨ ਮਦ ਬੇਲਨ ਰਹੈ ਖੂਬ ਖਾਤਨ ਵੱਧ ਬੇਲਣ ਕਹਿ ਰਹੈ। ਭਾਈ ਰਤਨ ਸਿੰਘ ਜੀ ਕਹਿੰਦੇ ਹਨ ਇਹ ਉਹਨਾਂ ਜੀ ਸਿੱਖਾਂ ਦਾ ਜੀਵਨ ਹੈ ਜਿਹੜੇ ਇਸ ਜੀਵਨ ਨੂੰ ਹੰਢਾ ਰਹੇ ਸਨ, ਸਰਕਾਰ ਦੇ ਜ਼ੁਲਮ ਨੂੰ ਸਹਾਰ ਰਹੇ ਸਨ, ਸਰਕਾਰ ਦੀਆਂ ਸਖਤਾਈਆਂ ਦਾ ਸਾਹਮਣਾ ਕਰ ਰਹੇ ਸਨ, ਤੇ ਫਿਰ ਵੀ ਚੜ੍ਹਦੀ ਕਲਾ ਵਿੱਚ ਰਹਿ ਕੇ ਰੋਜ਼ ਸ਼ਹੀਦੀਆਂ ਪਰੋਪਾਉਂਦੇ ਹਨ ਸਿੱਖ, ਤੇ ਆਪਣੇ ਆਪ ਨੂੰ ਚੜ੍ਹਦੀ ਕਲਾ ਵਿੱਚ ਦਰਸਾਉਂਦੇ ਹਨ। ਉਹਨਾਂ ਦਿਨਾਂ ਵਿੱਚ ਖੂਹ ਖਾਤਨ ਮਦ ਬੇਲਣ ਰਹੈ। ਖੂਹਾਂ ਵਿੱਚ, ਖੱਡਾਂ ਵਿੱਚ, ਜੰਗਲਾਂ ਬੇਲਿਆਂ ਪਹਾੜਾਂ ਰੇਗਿਸਤਾਨ ਦੇ ਇਲਾਕਿਆਂ ਵਿੱਚ ਰਹਿ ਕੇ ਸਿੱਖ ਜਿਹੜੇ ਉਹ ਜੀਵਨ ਬਤੀਤ ਕਰਦੇ ਹਨ। ਦੋਹਰਾ ਸਾਖ ਸੁਨੋ ਉਨ ਸਿੰਘਨ ਕੀ ਜੋ ਘੇਰੇ ਖੱਡ ਮਾਹੇ ਸਾਖ ਸੁਨੋ ਉਨ ਸਿੰਘਨ ਕੀ ਜੋ ਘੇਰੇ ਖੱਡ ਮਾਹੇ। ਭਾਈ ਰਤਨ ਸਿੰਘ ਜੀ ਕਹਿੰਦੇ ਖਾਲਸਾ ਜੀ, ਸੰਗਤ ਜੀ, ਹੁਣ ਤੁਹਾਨੂੰ ਮੈਂ ਉਹ ਪ੍ਰਸੰਗ ਦੱਸਣ ਲੱਗਾ ਹਾਂ, ਉਹ ਕਹਾਣੀ ਦੱਸਣ ਲੱਗਾ ਹਾਂ, ਉਹ ਸਾਖੀ ਸੁਣਾਉਣ ਲੱਗਾ ਜਿਹੜੇ ਸਿੱਖਾਂ ਨੇ ਖੱਡ ਵਿੱਚ ਰਹਿ ਕੇ ਸਰਕਾਰ ਦਾ ਫੌਜ ਦਾ ਮੁਕਾਬਲਾ ਕੀਤਾ। ਉਹ ਪ੍ਰਸੰਗ ਹੁਣ ਮੈਂ ਤੁਹਾਨੂੰ ਦੱਸਣ ਲੱਗਾ ਹਾਂ। ਭੂਮ ਮਾਹੇ ਆਕੀ ਪਏ ਸੁਨੋ ਉਨਾ ਕੇ ਨਾਏ ਭੂਮ ਮਾਹੇ ਆਕੀ ਪਏ ਸੁਨੋ ਉਨਾ ਕੀ ਨਾਏ। ਭਾਈ ਰਤਨ ਸਿੰਘ ਜੀ ਕਹਿੰਦੇ ਭੂਮ ਮਾਹੇ, ਭੂਮ ਤੋਂ ਭਾਵ ਹੈ ਕਿ ਧਰਤੀ, ਜਿਹੜੇ ਧਰਤੀ ਦੇ ਵਿੱਚ ਰਹਿੰਦੇ ਸਨ ਤੇ ਸਰਕਾਰ ਦੇ ਵੱਲੋਂ ਆਕੀ ਹੋ ਗਏ ਸਨ, ਉਹਨਾਂ ਦੇ ਤੁਹਾਨੂੰ ਹੁਣ ਮੈਂ ਨਾਂ ਦੱਸਣ ਲੱਗਾ ਹਾਂ। ਚੌਪਈ ਮੀਰਾ ਕੋਟ ਜੋ ਸਾਡੇ ਗ੍ਰਾਮ ਮੀਰਾ ਕੋਟ ਜੋ ਸਾਡੇ ਗ੍ਰਾਮ। ਭਾਈ ਰਤਨ ਸਿੰਘ ਜੀ ਕਹਿੰਦੇ ਜਿਹੜਾ ਸਾਡੇ ਵੱਡੇ ਵਡੇਰਿਆਂ ਦਾ ਭਾਵ ਕਿ ਭਾਈ ਮਹਿਤਾਬ ਸਿੰਘ ਵਾਲਾ ਮੀਰਾ ਕੋਟ ਪਿੰਡ ਹੈ, ਉਸ ਪਿੰਡ ਦੇ ਵਿੱਚੋਂ ਕੁਝ ਜਿਹੜੇ ਸਿੱਖ ਸਨ ਉਹ ਇਸ ਖੱਡ ਦੇ ਵਿੱਚ ਰਹਿੰਦੇ ਸਨ, ਉਹਨਾਂ ਦੇ ਵਿੱਚੋਂ ਮੈਂ ਤੁਹਾਨੂੰ ਨਾਂ ਦੱਸਣ ਲੱਗਾ ਹਾਂ। ਭਇਓ ਸਿੰਘ ਲੱਦਾ ਸਿੰਘ ਨਾਮ ਭਇਓ ਸਿੰਘ ਲੱਦਾ ਸਿੰਘ ਨਾਮ। ਭਾਈ ਰਤਨ ਸਿੰਘ ਜੀ ਕਹਿੰਦੇ ਉਸ ਮੀਰਾ ਕੋਟ ਦਾ ਰਹਿਣ ਵਾਲਾ ਭਾਈ ਲੱਦਾ, ਜੋ ਕਿ ਰਿਸ਼ਤੇ ਵਿੱਚ ਭਾਈ ਰਤਨ ਸਿੰਘ ਜੀ ਦਾ ਤਾਇਆ ਲੱਗਦਾ ਹੈ, ਕਿਉਂਕਿ ਮਹਿਤਾਬ ਸਿੰਘ ਦਾ ਉਹ ਛੋਟਾ ਭਾਈ ਰਾਏ ਸਿੰਘ ਦਾ ਜਿਹੜਾ ਉਹ ਵੱਡਾ ਭਰਾ ਹੈ, ਤੇ ਭਾਈ ਰਾਏ ਸਿੰਘ ਭਾਈ ਰਤਨ ਸਿੰਘ ਭੰਗੂ ਦਾ ਉਹ ਪਿਤਾ ਜੀ ਹੈ। ਇਸ ਵਜੋਂ ਜਿਹੜਾ ਭਾਈ ਲੱਦਾ ਸਿੰਘ ਹੈ ਉਹ ਭਾਈ ਰਤਨ ਸਿੰਘ ਭੰਗੂ ਦਾ ਤਾਇਆ ਜੀ ਲੱਗਦਾ ਹੈ। ਭੰਗੂ ਗੋਤ ਅਸਾਡੋ ਤਾਇਓ ਭੰਗੂ ਗੋਤ ਅਸਾਡੋ ਤਾਇਓ। ਭੰਗੂ ਗੋਤ ਹੈ
ਪਿੰਡ ਇਹਦਾ ਵੀ ਮੀਰਾ ਕੋਟ ਹੈ ਅਤੇ ਤਾਇਆ ਰਿਸ਼ਤੇ ਵਿੱਚ ਰਤਨ ਸਿੰਘ ਭੰਗੂ ਦਾ ਲੱਗਦਾ ਹੈ। ਪ੍ਰਦੇਸ ਜਾਏ ਉਨ ਬੜ ਦੁਖ ਪਾਇਓ। ਪਰਦੇਸ ਜਾਏ ਉਨ ਬੜ ਦੁਖ ਪਾਇਓ। ਜਿਸ ਵਕਤ ਜ਼ਕਰੀਆ ਖਾਨ ਦੇ ਵੱਲੋਂ ਪੂਰੀ ਸਖਤਾਈ ਪਿੰਡਾਂ ਇਲਾਕਿਆਂ ਸ਼ਹਿਰਾਂ ਦੇ ਵਿੱਚ ਕਰ ਦਿੱਤੀ ਸੀ ਸਿੱਖਾਂ ਉੱਤੇ ਕਿ ਇਹਨਾਂ ਕੇਸਾਂ ਵਾਲਿਆਂ ਨੂੰ ਛੱਡਿਆ ਨਾ ਜਾਵੇ, ਇਹਨਾਂ ਨੂੰ ਮਾਰ ਦਿੱਤਾ ਜਾਵੇ, ਇਹਨਾਂ ਦੇ ਘਰ ਘਰ ਢਾ ਦਿੱਤੇ ਜਾਣ, ਉਹਨਾਂ ਦਿਨਾਂ ਦੇ ਵਿੱਚ ਇਹ ਭਾਈ ਲੱਦਾ ਜੀ ਉਹ ਵੀ ਆਪਣੇ ਵੱਡੇ ਵਡੇਰਿਆਂ ਦੇ ਨਾਲ, ਭਾਈ ਮਹਿਤਾਬ ਸਿੰਘ ਹੋਣਾ ਜੀ ਦੇ ਨਾਲ ਜਾਂ ਹੋਰਾਂ ਸਿੱਖਾਂ ਦੇ ਨਾਲ ਆਪਣੇ ਨਗਰ ਨੂੰ ਛੱਡ ਕੇ ਪ੍ਰਦੇਸ਼ ਵਿੱਚ ਚਲੇ ਗਿਆ ਸੀ। ਬਾਕੀ ਜਿਹੜੇ ਇਲਾਕਿਆਂ ਵਿੱਚ ਦੂਜੇ ਜਥੇ ਰਹਿੰਦੇ ਸਨ ਜਾਂ ਦੂਜੇ ਸਿੱਖ ਰਹਿੰਦੇ ਸਨ ਉਹਨਾਂ ਦੇ ਨਾਲ ਹੀ ਇਹ ਭਾਈ ਲੱਦਾ ਸਿੰਘ ਵੀ ਚਲਾ ਗਿਆ ਅਤੇ ਉਹਨਾਂ ਸਿੱਖਾਂ ਦੇ ਵਾਂਗੂ ਇਹਨੇ ਵੀ ਆਪਣੇ ਪਿੰਡੇ ਉੱਤੇ ਸੰਤਾਪ ਨੂੰ ਹੰਢਾਇਆ, ਦੁੱਖ ਨੂੰ ਹੰਢਾਇਆ। ਮੰਗਿਓ ਮਿਲੇ ਨਾ ਉਧਾਰ ਕੋ ਦੇ। ਮੰਗਿਓ ਮਿਲੇ ਨਾ ਉਧਾਰ ਕੋ ਦੇ। ਇਹ ਸੰਸਾਰ ਦੀ ਫਿਤਰਤ ਹੈ, ਇਹ ਸੰਸਾਰ ਦਾ ਸੁਭਾਅ ਹੈ ਕਿ ਮਨੁੱਖ ਕਿਤੇ ਚਲਾ ਜਾਵੇ, ਬਾਹਰਲੇ ਦੇਸ਼ ਚਲਾ ਜਾਵੇ ਜਾਂ ਬਾਹਰਲੇ ਇਲਾਕੇ ਵਿੱਚ ਚਲਾ ਜਾਵੇ ਤਾਂ ਆਪਾਂ ਸਾਰੇ ਜਾਣਦੇ ਜਾਣ ਪਛਾਣ ਤੋਂ ਬਿਨਾਂ ਕੋਈ ਬਾਹਰ ਪਾਣੀ ਵੀ ਨਹੀਂ ਪਿਆਉਂਦਾ। ਜਾਣ ਪਛਾਣ ਹੋਵੇਗੀ ਤੇ ਪਾਣੀ ਪਿਆ ਦਿੱਤਾ ਜਾਵੇਗਾ, ਭੋਗ ਪ੍ਰਸ਼ਾਦਾ ਪਾਣੀ ਪੁੱਛ ਲਿਆ ਜਾਵੇਗਾ, ਹਾਲ ਚਾਲ ਪੁੱਛ ਲਿਆ ਜਾਵੇਗਾ। ਪਰ ਜੇ ਜਾਣ ਪਛਾਣ ਕੋਈ ਨਹੀਂ, ਭਾਵੇਂ ਉੱਥੇ ਸੜਕ ਤੇ ਕੋਈ ਮਰ ਜਾਵੇ, ਭਾਵੇਂ ਉੱਥੇ ਧੁੱਪ ਦੇ ਵਿੱਚ ਖਲੋਤਾ ਰਵੇ, ਭਾਵੇਂ ਉੱਥੇ ਮੀਂਹ ਨੂੰ ਆਪਣੇ ਤਨ ਤੇ ਹੰਢਾਈ ਜਾਵੇ, ਕਿਸੇ ਨੇ ਆ ਕੇ ਬਾਤ ਨਹੀਂ ਪੁੱਛਣੀ। ਇਹ ਸੰਸਾਰ ਦਾ ਸੁਭਾਅ ਹੈ, ਜਿੱਥੇ ਮਰਜ਼ੀ ਚਲੇ ਜਾਵੇ, ਕਿਉਂਕਿ ਆਪਾਂ ਸੰਸਾਰ ਵਿੱਚ ਵਿਚਰਦੇ ਹਾਂ ਤੇ ਵਿਚਰਦਿਆਂ ਹਾਂ ਸਾਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਇਹ ਜਿਹੜੀਆਂ ਚੀਜ਼ਾਂ ਆਮ ਹੀ ਮਨੁੱਖ ਦੀ ਜ਼ਿੰਦਗੀ ਵਿੱਚ ਹੁੰਦੀਆਂ ਹੀ ਰਹਿੰਦੀਆਂ ਹਨ। ਜੇ ਜਾਣ ਪਛਾਣ ਹੈ ਤਾਂ ਸਾਰੇ ਹਾਲ ਚਾਲ ਪੁੱਛਣਗੇ ਤੇ ਜੇ ਜਾਣ ਪਛਾਣ ਕੋਈ ਨਹੀਂ ਫਿਰ ਕੋਈ ਪਾਣੀ ਤੱਕ ਪੁੱਛਣ ਨੂੰ ਰਾਜੀ ਨਹੀਂ। ਭਾਈ ਰਤਨ ਸਿੰਘ ਜੀ ਕਹਿੰਦੇ ਇਹੋ ਹਾਲ ਉਸ ਵਕਤ ਸਿੱਖਾਂ ਦਾ ਹੈ। ਪਰ ਮੰਗਿਓ ਮਿਲੇ ਨਾ ਉਧਾਰ ਕੋ ਦੇ। ਸਿੱਖ ਇਲਾਕਿਆਂ ਵਿੱਚ ਆਪਣੇ ਘਰਾਂ ਘਾਟਾਂ ਨੂੰ ਛੱਡ ਕੇ ਬਾਹਰ ਗਏ ਹੋਏ ਹਨ ਤੇ ਨਾ ਮੰਗਿਆ ਕੋਈ ਪਾਣੀ ਦੇ ਰਿਹਾ ਹੈ, ਨਾ ਮੰਗਿਆ ਕੋਈ ਪ੍ਰਸ਼ਾਦਾ ਪਾਣੀ ਦੇ ਰਿਹਾ ਹੈ, ਨਾ ਕੋਈ ਰਿਹਾਇਸ਼ ਦਾ ਪ੍ਰਬੰਧ ਹੈ। ਤੇ ਜੇ ਕਿਤੇ ਸਿੱਖ ਉਧਾਰ ਮੰਗਦੇ ਹਨ ਕਿ ਚਲੋ ਉਧਾਰ ਮੰਗ ਲੈਂਦੇ ਹਾਂ, ਕਿਉਂਕਿ ਅੱਜ ਉਧਾਰ ਲੈ ਲਿਆ ਜਾਵੇ ਤੇ ਕੱਲ ਨੂੰ ਉਧਾਰ ਚੁਕਾ ਦਿੱਤਾ ਜਾਵੇ, ਇਹ ਵੀ ਜਿਹੜਾ ਆਮ ਚੱਲਦਾ ਹੈ ਸਾਡੇ ਲੋਕਾਂ ਦੇ ਵਿੱਚ। ਸਿੱਖਾਂ ਨੇ ਇਹ ਵੀ ਕੰਮ ਕਰਕੇ ਵੇਖਿਆ, ਪਰ ਭਾਈ ਰਤਨ ਸਿੰਘ ਜੀ ਕਹਿੰਦੇ ਹਨ ਸਰਕਾਰ ਦੀ ਇੰਨੀ ਸਖਤਾਈ ਸਾਰੇ ਹਿੰਦੁਸਤਾਨ ਦੇ ਵਿੱਚ, ਸਾਰੇ ਭਾਰਤ ਵਿੱਚ ਸੀ ਕਿ ਸਿੱਖਾਂ ਨੂੰ ਨਾ ਤਾਂ ਕੁਝ ਦਿੱਤਾ ਜਾਵੇ, ਨਾ ਕਿਸੇ ਪ੍ਰਕਾਰ ਦੀ ਉਹਨਾਂ ਨਾਲ ਹਮਦਰਦੀ ਕੀਤੀ ਜਾਵੇ, ਨਾ ਉਹਨਾਂ ਦੀ ਕਿਸੇ ਪ੍ਰਕਾਰ ਦੀ ਮਦਦ ਕੀਤੀ ਜਾਵੇ। ਸਿੱਖ ਜੇ ਮੰਗਦੇ ਹਨ ਮੰਗਿਆ ਵੀ ਕੁਝ ਨਹੀਂ ਮਿਲਦਾ ਤੇ ਜੇ ਉਧਾਰ ਮੰਗਦੇ ਹਨ ਉਧਾਰ ਵੀ ਕੁਝ ਨਹੀਂ ਮਿਲਦਾ। ਆਖੇ ਚੋਰ ਪਿੰਡ ਰਹਿਣ ਨਾ ਦੇ। ਆਖੇ ਚੋਰ ਪਿੰਡ ਰਹਿਣ ਨਾ ਦੇ। ਇੱਥੋਂ ਤੱਕ ਸਰਕਾਰ ਦੇ ਵੱਲੋਂ ਪਿੰਡ ਦੇ ਲੋਕਾਂ ਦੇ ਵਿੱਚ ਜਾਂ ਨਗਰ ਇਲਾਕੇ ਦੇ ਲੋਕਾਂ ਵਿੱਚ ਸਿੱਖਾਂ ਪ੍ਰਤੀ ਨਫ਼ਰਤ ਭਰ ਦਿੱਤੀ ਗਈ ਕਿ ਜਿੱਥੇ ਕੋਈ ਸਿੱਖ ਮਿਲਦਾ ਹੈ ਉਹਨੂੰ ਚੋਰ ਸਮਝ ਕੇ ਭਜਾ ਦਿੱਤਾ ਜਾਵੇ, ਉਹਨੂੰ ਸਰਕਾਰ ਦਾ ਬਾਗੀ ਸਮਝ ਕੇ ਮਾਰ ਦਿੱਤਾ ਜਾਵੇ ਜਾਂ ਸਰਕਾਰ ਨੂੰ ਫੜਾ ਦਿੱਤਾ ਜਾਵੇ। ਤੇ ਜੇ ਕਿਸੇ ਇਲਾਕੇ ਵਿੱਚ ਪਿੰਡ ਵਿੱਚ ਸਿੱਖ ਜਾਂਦੇ ਹਨ ਆਖੇ ਚੋਰ ਪਿੰਡ ਰਹਿਣ ਨਾ ਦੇ। ਪਿੰਡ ਵਾਲੇ ਲੋਕ ਕਹਿੰਦੇ ਇਹ ਚੋਰ ਆ ਗਏ ਹਨ, ਇਹ ਲੁਟੇਰੇ ਆ ਗਏ ਹਨ, ਇਹ ਜਿਹੜੇ ਦਹਿਸ਼ਤ ਫੈਲਾਉਣ ਵਾਲੇ ਆ ਗਏ ਹਨ, ਕਿਉਂਕਿ ਸਰਕਾਰ ਜਿਹੋ ਜੀ ਖਬਰ ਕਿਸੇ ਪ੍ਰਤੀ ਸੰਸਾਰ ਦੇ ਵਿੱਚ ਫੈਲਾਵੇਗੀ ਤੇ ਮਨੁੱਖ ਨੇ ਜਿਹੜਾ ਉਹਨੂੰ ਵਿਚਾਰਨਾ ਨਹੀਂ, ਬਸ ਉਸ ਖਬਰ ਤੇ ਯਕੀਨ ਕਰ ਲੈਣਾ ਹੈ। ਇਹ ਸੰਸਾਰ ਦੇ ਵਿੱਚ ਆਮ ਹੀ ਚੱਲਦਾ ਹੈ। ਕੋਈ ਚੰਗਾ ਭਲਾ ਮਨੁੱਖ ਸੱਚ ਬੋਲਣ ਵਾਲਾ ਜੀਵਨ ਵਾਲਾ ਬੰਦਾ ਹੈ, ਪਰ ਜੇ ਉਹਦੇ ਕੋਲ ਗਲਤੀ ਹੋ ਗਈ ਹੈ ਸਰਕਾਰ ਨੇ ਉਹਨੂੰ ਬਦਨਾਮ ਕਰਨ ਵਾਸਤੇ ਉਹਦੇ ਪ੍ਰਤੀ ਜਿਹੜੀ ਨਫ਼ਰਤ ਲੋਕਾਂ ਤੱਕ ਫੈਲਾ ਦੇਣੀ ਹੈ ਖਬਰਾਂ ਦੇ ਰਾਹੀਂ, ਤੇ ਸੰਸਾਰ ਨੇ ਮੰਨ ਲੈਣਾ ਵਾਕਈ ਇਹ ਜਿਹੜਾ ਬੰਦਾ ਏਦਾਂ ਦਾ ਹੀ ਹੋਵੇਗਾ, ਏਦਾਂ ਘਟੀਆ ਬੰਦਾ ਹੀ ਹੋਵੇਗਾ, ਜਿਹੜਾ ਕਰਕੇ ਸਰਕਾਰ ਨੇ ਇਹਦੇ ਪ੍ਰਤੀ ਆ ਜਿਹੜੀ ਖਬਰ ਫੈਲਾਈ ਹੈ। ਹਾਲਾਂਕਿ ਉਹਦਾ ਜੀਵਨ ਬਹੁਤ ਉੱਚਾ ਹੋ ਸਕਦਾ ਹੈ,
ਪਰ ਇਸ ਚੀਜ਼ ਨੂੰ ਵਿਚਾਰਨਾ ਨਹੀਂ, ਸਮਝਣਾ ਨਹੀਂ ਤੇ ਸੰਸਾਰ ਨੇ ਜਿਹੜਾ ਉੱਤੇ ਤੌਹਮਤ ਦਾ ਨਿਸ਼ਾਨ ਲਾ ਦੇਣਾ ਕਿ ਇਹ ਬੰਦਾ ਚੋਰ ਹੀ ਹੈ, ਇਹ ਬੰਦਾ ਘਟਿਆ ਹੀ ਹੈ, ਇਹ ਬੰਦਾ ਭੈੜਾ ਹੀ ਹੈ। ਇਹ ਸੰਸਾਰ ਦੇ ਵਿੱਚ ਚੱਲਦਾ ਹੈ ਤੇ ਖਾਸ ਕਰਕੇ 84 ਦੇ ਵਿੱਚ ਸਿੱਖਾਂ ਦੇ ਪ੍ਰਤੀ ਇਹੋ ਕੁਝ ਹੀ ਹੋਇਆ ਹੈ ਤੇ ਸੰਸਾਰ ਤੱਕ ਇਹ ਗੱਲ ਫੈਲਾਈ ਗਈ ਕਿ ਜਿੰਨੇ ਸਿੱਖ ਖਾੜਕੂ ਹਨ ਜਾਂ ਸੰਤ ਭਿੰਡਰਾਂ ਵਾਲੇ ਹਨ, ਇਹ ਸਾਰੇ ਦੇ ਸਾਰੇ ਆਤੰਕਵਾਦੀ ਹਨ, ਇਹ ਚੋਰ ਹਨ, ਲੁਟੇਰੇ ਹਨ ਤੇ ਸਮਾਜ ਨੇ ਬਿਨਾਂ ਵਿਚਾਰੇ ਤੋਂ, ਬਿਨਾਂ ਪੜ੍ਹੇ ਤੋਂ, ਬਿਨਾਂ ਸਮਝੇ ਤੋਂ ਉਸ ਗੱਲ ਨੂੰ ਅਪਣਾਇਆ ਤੇ ਬਹੁਤਾਤ ਦੇ ਵਿੱਚ ਬਹੁਤ ਸਾਰੇ ਸਮਾਜ ਨੇ ਸੰਤਾਂ ਨੂੰ ਜਾਂ ਸਿੱਖਾਂ ਨੂੰ ਉਹਨਾਂ ਨੂੰ ਜਿਹੜਾ ਆਤੰਕਵਾਦੀ ਘੋਸ਼ਿਤ ਕਰ ਦਿੱਤਾ ਗਿਆ। ਇਹ ਸਮਾਜ ਦੀ ਜਿਹੜੀ ਫਿਤਰਤ ਹੈ, ਇਹ ਸਮਾਜ ਦਾ ਸੁਭਾਅ ਹੈ ਤੇ ਸਿੱਖਾਂ ਪ੍ਰਤੀ ਉਦੋਂ ਵੀ ਲੋਕ ਇਹੋ ਕੁਝ ਕਰਦੇ ਸਨ, ਉਦੋਂ ਅੱਜ ਹੀ ਨਹੀਂ, ਉਦੋਂ ਵੀ ਸਰਕਾਰ ਇਹ ਨੀਤੀ ਚੱਲਦੀ ਕਿਉਂਕਿ ਸਰਕਾਰ ਕਦੀ ਨਹੀਂ ਚਾਹੇਗੀ ਕਿ ਜਿਹੜਾ ਬੰਦਾ ਸੱਚ ਬੋਲਦਾ ਸਾਡੇ ਸਾਹਮਣੇ ਖਲੋ ਜਾਵੇ। ਸਰਕਾਰ ਨੂੰ ਪਤਾ ਹੈ ਕਿ ਜੇ ਲੋਕਾਂ ਨੂੰ ਸੱਚ ਪਤਾ ਲੱਗ ਗਿਆ ਤੇ ਸਰਕਾਰ ਦੇ ਪ੍ਰਤੀ ਖਿਲਾਫ ਹੋ ਜਾਣਗੇ, ਬਾਗੀ ਬਣ ਜਾਵੇਗੇ ਇਲਾਕੇ, ਲੋਕ ਜਿਹੜੇ ਖੜੇ ਹੋ ਜਾਣਗੇ, ਸਾਨੂੰ ਉਹਨਾਂ ਸਵਾਲਾਂ ਦੇ ਜਵਾਬ ਦੇਣੇ ਪੈਣਗੇ ਜਿਹੜੇ ਲੋਕਾਂ ਨੇ ਸਾਨੂੰ ਪੁੱਛਣੇ ਹਨ। ਇਸੇ ਕਰਕੇ ਸਰਕਾਰ ਸੱਚ ਨੂੰ ਦਬਾਉਣ ਵਾਸਤੇ ਝੂਠ ਦਾ ਸਹਾਰਾ ਲੈ ਕੇ ਲੋਕਾਂ ਤੱਕ ਜਿਹੜਾ ਝੂਠ ਪਹੁੰਚਾ ਦਿੰਦੀ ਹੈ। ਸੱਚ ਨੂੰ ਪਹੁੰਚਣ ਤੋਂ ਪਹਿਲਾਂ ਝੂਠ ਲੋਕਾਂ ਤੱਕ ਪਹੁੰਚ ਜਾਂਦਾ ਹੈ ਤੇ ਲੋਕ ਸੱਚ ਦੀ ਪਛਾਣ ਨਹੀਂ ਕਰਦੇ ਤੇ ਝੂਠ ਨੂੰ ਆਪਣੇ ਗਲੇ ਦੇ ਨਾਲ ਲਾ ਲੈਂਦੇ ਹਨ। ਆਖੇ ਚੋਰ ਪਿੰਡ ਰਹਿਣ ਨਾ ਥੇ ਤੇ ਭਾਈ ਰਤਨ ਸਿੰਘ ਜੀ ਕਹਿੰਦੇ ਜੇ ਕਿਸੇ ਇਲਾਕੇ ਵਿੱਚ ਸਿੱਖ ਜਾਂਦੇ ਹਨ, ਕਹਿੰਦੇ ਚੋਰ ਆ ਗਏ ਹਨ, ਉਹਨੂੰ ਪਿੰਡ ਦੇ ਵਿੱਚ ਰਹਿਣ ਨਹੀਂ ਦਿੱਤਾ ਜਾਂਦਾ। ਜੋ ਉਜਾੜਨ ਕੈ ਸਿੰਘ ਰਹਿ ਬੀਚ, ਜੋ ਉਜਾੜਨ ਕੈ ਸਿੰਘ ਰਹੇ ਬੀਚ, ਭਾਈ ਰਤਨ ਸਿੰਘ ਜੀ ਕਹਿੰਦੇ ਹਨ। ਫਿਰ ਜਿਹੜੇ ਸਿੱਖ ਹਨ ਉਹ ਵੀ ਜਿਹੜੇ ਗੁਰੂ ਦੇ ਸਿੱਖਿਆ ਦੇ ਚੱਲਣ ਵਾਲੇ ਹਨ, ਕਿਉਂਕਿ ਪ੍ਰੇਮ, ਸਿਦਕ ਤੇ ਹਥਿਆਰ, ਸਿੱਖ ਇਹ ਤਿੰਨ ਚੀਜ਼ਾਂ ਲੈ ਕੇ ਚੱਲਦਾ ਹੈ। ਜਦੋਂ ਪਿਆਰ ਨਹੀਂ ਤੇ ਫਿਰ ਸਿਦਕ, ਤੇ ਜਦੋਂ ਸਿਦਕ ਤੋਂ ਵੀ ਕੰਮ ਟੱਪ ਜਾਵੇ ਫਿਰ ਹਥਿਆਰ। ਤੇ ਸਿੱਖਾਂ ਨੇ ਪਿਆਰ ਦੇ ਨਾਲ ਜਿਹੜਾ ਵਾ ਉਧਾਰ ਮੰਗਣ ਦੀ ਕੋਸ਼ਿਸ਼ ਕੀਤੀ, ਆਪਣੀ ਮਦਦ ਕਰਨ ਦੀ ਕੋਸ਼ਿਸ਼ ਕੀਤੀ, ਮਦਦ ਕਰਾਉਣ ਦੀ ਕੋਸ਼ਿਸ਼ ਕੀਤੀ, ਪਰ ਲੋਕਾਂ ਨੇ ਧੱਕੇ ਮਾਰ ਦਿੱਤੇ ਤੇ ਸਿੱਖਾਂ ਨੇ ਫਿਰ ਉਜਾੜਾਂ ਦਾ, ਬੇਲਿਆਂ ਦਾ ਸਹਾਰਾ ਲਿਆ ਕਿ ਇਸ ਵਕਤ ਜਿਹੜਾ ਸਾਨੂੰ ਜੰਗਲਾਂ ਬੇਲਿਆਂ ਦੇ ਵਿੱਚ ਚਲੇ ਜਾਣਾ ਚਾਹੀਦਾ ਹੈ ਤੇ ਮੌਕਾ ਵੇਖ ਕੇ ਆਪਾਂ ਆਪਣੀ ਤਾਕਤ ਇਕੱਠੀ ਕਰ ਲਵਾਂਗੇ। ਕਿ ਫਿਰ ਕਿਵੇਂ ਸਿੱਖ ਆਪਣੀ ਤਾਕਤ ਇਕੱਠੀ ਕਰਦੇ ਹਨ ਤੇ ਸਰਕਾਰ ਦੇ ਵੱਲੋਂ ਜਿਹੜੇ ਸਿੱਖ ਆਗੀ ਹੋ ਗਏ ਸਨ, ਬਾਗੀ ਹੋ ਗਏ ਸਨ ਤੇ ਧਰਤੀ ਦੇ ਵਿੱਚ ਰਹਿ ਰਹੇ ਸਨ, ਉਹਨਾਂ ਦੇ ਨਾਲ ਕਿਵੇਂ ਫਿਰ ਮੁਕਾਬਲਾ ਕਰਦੀ ਹੈ ਫੌਜ, ਉਹ ਵਿਚਾਰ ਆਪਾਂ ਕੱਲ ਦੇ ਦੀਵਾਨਾਂ 'ਚ ਕਰਾਂਗੇ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਗੁਰੂ ਅਤੇ ਸੰਗਤ ਬਖਸ਼ਣਹਾਰ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।